ਅਕਸਰ ਅਸੀਂ ਸੋਚਦੇ ਹਾਂ ਕਿ ਰਾਜਨੀਤੀ ਵਾਅਦਿਆਂ, ਨਾਅਰਿਆਂ ਅਤੇ ਭਾਸ਼ਣਾਂ ਦੀ ਇੱਕ ਖੇਡ ਹੈ, ਪਰ ਕੀ ਹੋਵੇ ਜੇ ਅਸੀਂ ਇਸ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖੀਏ? ਇੱਕ ਇੰਜੀਨੀਅਰਿੰਗ ਦੀ ਸਮੱਸਿਆ ਵਾਂਗ ਜਿਸ ਦਾ ਹੱਲ ਕੱਢਿਆ ਜਾ ਸਕਦਾ ਹੈ। ਅੱਜ ਅਸੀਂ ਇੱਕ ਅਜਿਹੇ ਹੀ ਬਲੂਪ੍ਰਿੰਟ ਦੀ ਗੱਲ ਕਰਾਂਗੇ ਜੋ ਰਾਜਨੀਤੀ ਨੂੰ ਰੋਲੇ ਰੱਪੇ ਤੋਂ ਕੱਢ ਕੇ ਸਿੱਧਾ ਨਤੀਜਿਆਂ ਤੇ ਲਿਆਉਂਦਾ ਹੈ। ਇੱਕ ਅਜਿਹਾ ਢਾਂਚਾ ਜਿੱਥੇ ਗੱਲਾਂ ਨਹੀਂ, ਸਬੂਤ ਬੋਲਦੇ ਹਨ। ਆਓ ਇਸ ਸਫ਼ਰ ਤੇ ਚੱਲਦੇ ਹਾਂ। ਸਭ ਤੋਂ ਪਹਿਲਾਂ ਅਸੀਂ ਅੱਜ ਦੀ ਸਭ ਤੋਂ ਵੱਡੀ ਜੜ ਭਰੋਸੇ ਦੀ ਕਮੀ ਨੂੰ ਸਮਝਾਂਗੇ। ਫਿਰ ਅਸੀਂ ਦੇਖਾਂਗੇ ਕਿ ਜ਼ਮੀਨੀ ਹਕੀਕਤਾਂ ਨੂੰ ਸੁਣ ਕੇ ਇੱਕ ਸੱਚਾ ਤੇ ਅਸਰਦਾਰ ਡੈਸ਼ਬੋਰਡ ਕਿਵੇਂ ਤਿਆਰ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਉਸ 5 ਥੰਮਾਂ ਵਾਲੇ ਬਲੂਪ੍ਰਿੰਟ ਦੀ ਗੱਲ ਕਰਾਂਗੇ ਜੋ ਸਿੱਧਾ ਭਰੋਸਾ ਕਾਇਮ ਕਰਨ ਦਾ ਰਾਹ ਬਣਾਉਂਦਾ ਹੈ, ਕਿਉਂਕਿ ਅੰਤ ਵਿੱਚ ਅਸਲ ਕਮਾਈ ਇਹ ਹੈ, ਲੋਕਾਂ ਦਾ ਭਰੋਸਾ। ਹਰ ਚੋਣ ਆਉਂਦੀ ਹੈ, ਵਾਅਦਿਆਂ ਦਾ ਇੱਕ ਤੂਫਾਨ ਲੈ ਕੇ ਆਉਂਦੀ ਹੈ, ਪਰ ਜਦੋਂ ਧੂੜ ਬੈਠਦੀ ਹੈ ਤਾਂ ਵਾਅਦਿਆਂ ਅਤੇ ਜ਼ਮੀਨੀ ਹਕੀਕਤ ਦੇ ਵਿਚਕਾਰ ਇੱਕ ਬਹੁਤ ਡੂੰਘੀ ਖਾਈ ਨਜ਼ਰ ਆਉਂਦੀ ਹੈ। ਇਹ ਸਿਰਫ ਇੱਕ ਪਾੜਾ ਨਹੀਂ ਹੈ, ਇਹ ਲੋਕਾਂ ਦੇ ਵਿਸ਼ਵਾਸ ਦਾ ਹੌਲੀ-ਹੌਲੀ ਟੁੱਟਣਾ ਹੈ, ਜੋ ਸਮੇਂ ਦੇ ਨਾਲ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ। ਜ਼ਰਾ ਸੋਚੋ, ਜਨਤਕ ਜੀਵਨ ਵਿੱਚ ਉਹ ਕਿਹੜੀ ਚੀਜ਼ ਹੈ ਜੋ ਸਭ ਤੋਂ ਵੱਧ ਕੀਮਤੀ ਹੈ ਤੇ ਓਨੀ ਹੀ ਨਾਜ਼ੁਕ ਵੀ? ਕੀ ਇਹ ਤਾਕਤ ਹੈ, ਪੈਸਾ ਜਾਂ ਕੁਝ ਹੋਰ? ਕੁਝ ਅਜਿਹਾ ਜਿਸ ਨੂੰ ਬਣਾਉਣ ਵਿੱਚ ਸਾਲਾਂ ਲੱਗ ਜਾਂਦੇ ਹਨ, ਪਰ ਟੁੱਟਣ ਵਿੱਚ ਇੱਕ ਪਲ ਵੀ ਨਹੀਂ ਲੱਗਦਾ। ਉਹ ਚੀਜ਼ ਹੈ ਭਰੋਸਾ, ਅਤੇ ਇਹੀ ਇਸ ਸਾਰੀ ਗੱਲਬਾਤ ਦਾ ਧੁਰਾ ਹੈ। ਇਹ ਪਹੁੰਚ ਸਾਨੂੰ ਇੱਕ ਬੁਨਿਆਦੀ ਸੱਚ ਸਿਖਾਉਂਦੀ ਹੈ। ਲੋਕਾਂ ਦਾ ਭਰੋਸਾ ਕਿਸੇ ਨੇਤਾ ਦੇ ਕਰਿਸ਼ਮੇ ਜਾਂ ਉਸਦੀ ਸ਼ਖਸੀਅਤ ਤੇ ਨਹੀਂ, ਬਲਕਿ ਉਸਦੇ ਕੰਮ ਦੇ ਠੋਸ ਸਬੂਤ ਤੇ ਬਣਦਾ ਹੈ। ਇਹ ਸਿਆਸਤ ਨੂੰ ਚਿਹਰਿਆਂ ਤੋਂ ਹਟਾ ਕੇ ਕਾਰਗੁਜ਼ਾਰੀ ਤੇ ਲਿਆਉਣ ਦੀ ਇੱਕ ਕੋਸ਼ਿਸ਼ ਹੈ। ਤਾਂ ਫਿਰ ਇਹ ਟੁੱਟਿਆ ਹੋਇਆ ਭਰੋਸਾ, ਇਸ ਨੂੰ ਦੁਬਾਰਾ ਜੋੜਿਆ ਕਿਵੇਂ ਜਾਵੇ? ਜਵਾਬ ਦੋਸਤੋ, ਵੱਡੇ-ਵੱਡੇ ਸ਼ਹਿਰਾਂ ਦੇ ਏਸੀ ਕਮਰਿਆਂ 'ਚ ਨਹੀਂ ਹੈ। ਜਵਾਬ ਹੈ ਜ਼ਮੀਨ 'ਚ, ਮਿੱਟੀ 'ਚ। ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ ਜ਼ਮੀਨ ਦੀ ਆਵਾਜ਼ ਨੂੰ, ਲੋਕਾਂ ਦੀ ਆਵਾਜ਼ ਨੂੰ ਸੁਣਨਾ। ਕੋਈ ਵੀ ਅਸਲ ਰਣਨੀਤੀ ਉੱਥੋਂ ਹੀ ਸ਼ੁਰੂ ਹੁੰਦੀ ਹੈ। ਇਹ ਗੱਲ ਇਸ ਪੂਰੇ ਫਲਸਫੇ ਦੀ ਜਾਨ ਹੈ। ਅਸਲ ਸ਼ਾਸਨ ਕਦੇ ਵੀ ਉੱਪਰੋਂ ਥੋਪਿਆ ਨਹੀਂ ਜਾਂਦਾ, ਇਹ ਹਮੇਸ਼ਾ ਲੋਕਾਂ ਦੀਆਂ ਜ਼ਰੂਰਤਾਂ ਦੀ ਜ਼ਮੀਨ ਤੋਂ ਪੈਦਾ ਹੁੰਦਾ ਹੈ। ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਹੇਠਾਂ ਤੋਂ ਉੱਪਰ ਵੱਲ ਚੱਲਦੀ ਹੈ, ਨਾ ਕਿ ਉੱਪਰ ਤੋਂ ਹੇਠਾਂ। ਅਸੀਂ ਬਿਗ ਡਾਟਾ ਦੀਆਂ ਗੱਲਾਂ ਤਾਂ ਬਹੁਤ ਕਰਦੇ ਹਾਂ, ਪਰ ਅਸਲੀ ਡਾਟਾ, ਹਿਊਮਨ ਡਾਟਾ, ਤਾਂ ਲੋਕਾਂ ਦੀ ਰੋਜ਼ ਦੀ ਜ਼ਿੰਦਗੀ ਵਿੱਚ ਲੁਕਿਆ ਹੋਇਆ ਹੈ। ਉਹ ਛੋਟੀਆਂ-ਛੋਟੀਆਂ ਦਿੱਕਤਾਂ, ਜਿਵੇਂ ਸਰਟੀਫਿਕੇਟ ਲਈ ਦਫ਼ਤਰਾਂ ਦੇ ਚੱਕਰ, ਘਰ ਦੇ ਬਾਹਰ ਟੁੱਟੀ ਸੜਕ, ਪਾਣੀ ਨਾ ਆਉਣ ਦੀ ਚਿੰਤਾ, ਇਹੀ ਉਹ ਚੀਜ਼ਾਂ ਹਨ ਜੋ ਹੌਲੀ-ਹੌਲੀ ਭਰੋਸੇ ਦੀ ਨੀਂਹ ਨੂੰ ਖੋਖਲਾ ਕਰ ਦਿੰਦੀਆਂ ਹਨ। ਇਹਨਾਂ ਨੂੰ ਸਮਝਣਾ ਤੇ ਹੱਲ ਕਰਨਾ ਹੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਅੱਛਾ, ਜਦੋਂ ਇੱਕ ਵਾਰ ਸਾਨੂੰ ਅਸਲ ਸਮੱਸਿਆਵਾਂ ਦਾ ਪਤਾ ਲੱਗ ਜਾਂਦਾ ਹੈ ਤਾਂ ਅਗਲਾ ਕਦਮ ਕੀ ਹੈ? ਉਹ ਹੈ ਇਸ ਸਾਰੇ ਸਿਆਸੀ ਰੌਲੇ ਰੱਪੇ ਨੂੰ ਇੱਕ ਪਾਸੇ ਕਰਕੇ ਸਿਰਫ ਉਹਨਾਂ ਸੰਕੇਤਾਂ ਤੇ ਧਿਆਨ ਦੇਣਾ ਜਿਹੜੀਆਂ ਸੱਚਮੁੱਚ ਆਮ ਆਦਮੀ ਦੀ ਜ਼ਿੰਦਗੀ ਤੇ ਅਸਰ ਪਾਉਂਦੀਆਂ ਹਨ। ਸੈਂਕੜੇ ਚੀਜ਼ਾਂ 'ਚ ਉਲਝਣ ਦੀ ਬਜਾਏ ਇਹ ਪੂਰਾ ਢਾਂਚਾ ਸਿਰਫ 3 ਗੱਲਾਂ ਤੇ ਖੜਾ ਹੈ। 3 ਸਿੱਧੇ-ਸਾਦੇ ਸਵਾਲ ਜੋ ਹਰ ਨਾਗਰਿਕ ਲਈ ਮਾਇਨੇ ਰੱਖਦੇ ਹਨ। ਪਹਿਲਾ, ਕੀ ਪਰਿਵਾਰ ਦੀ ਰੋਜ਼ੀ-ਰੋਟੀ ਸੁਰੱਖਿਅਤ ਹੈ? ਦੂਜਾ, ਕੀ ਰਹਿਣ-ਸਹਿਣ ਲਈ ਬੁਨਿਆਦੀ ਸਹੂਲਤਾਂ ਜਿਵੇਂ ਸੜਕ, ਪਾਣੀ, ਬਿਜਲੀ ਮਿਲ ਰਹੀਆਂ ਹਨ? ਅਤੇ ਤੀਜਾ, ਕੀ ਸਰਕਾਰ ਵੱਲੋਂ ਮਿਲਣ ਵਾਲੀ ਮਦਦ ਸਹੀ ਹੱਥਾਂ ਤੱਕ ਪਹੁੰਚ ਵੀ ਰਹੀ ਹੈ ਜਾਂ ਨਹੀਂ? ਇੱਥੇ ਇੱਕ ਸ਼ਬਦ ਬਹੁਤ ਜ਼ਰੂਰੀ ਹੈ, ਭਲਾਈ ਦਾ ਸਬੂਤ। ਇਹ ਸਿਰਫ ਖਾਤੇ 'ਚ ਪੈਸੇ ਪਾਉਣ ਜਾਂ ਯੋਜਨਾ ਦਾ ਐਲਾਨ ਕਰਨ ਦੀ ਗੱਲ ਨਹੀਂ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਜੇ 100 ਰੁਪਏ ਭੇਜੇ ਗਏ ਤਾਂ ਪੂਰੇ 100 ਰੁਪਏ ਸਹੀ ਵਿਅਕਤੀ ਤੱਕ ਪਹੁੰਚੇ, ਬਿਨਾਂ ਕਿਸੇ ਵਿਚੋਲੇ ਦੇ, ਬਿਨਾਂ ਕਿਸੇ ਲੀਕੇਜ ਦੇ। ਇਹ ਜਵਾਬਦੇਹੀ ਨੂੰ ਸਭ ਤੋਂ ਉੱਪਰ ਰੱਖਦਾ ਹੈ। ਇੱਥੇ ਤੁਸੀਂ 2 ਵੱਖ-ਵੱਖ ਸੋਚਾਂ ਦਾ ਫਰਕ ਸਾਫ਼ ਦੇਖ ਸਕਦੇ ਹੋ। ਇੱਕ ਪਾਸੇ ਹੈ ਪੁਰਾਣੀ, ਪ੍ਰਤੀਕਿਰਿਆਸ਼ੀਲ ਰਾਜਨੀਤੀ ਜੋ ਸਮੱਸਿਆ ਆਉਣ ਤੇ ਜਾਗਦੀ ਹੈ ਤੇ ਦੋਸ਼ ਇੱਕ ਦੂਜੇ ਤੇ ਮੜਦੀ ਹੈ। ਦੂਜੇ ਪਾਸੇ ਹੈ ਇਹ ਨਵਾਂ, ਕਿਰਿਆਸ਼ੀਲ ਤਰੀਕਾ ਜੋ ਵਿਅਕਤੀਆਂ ਨੂੰ ਨਹੀਂ, ਸਗੋਂ ਸਿਸਟਮ ਦੀਆਂ ਖਾਮੀਆਂ ਨੂੰ ਠੀਕ ਕਰਨ ਤੇ ਜ਼ੋਰ ਦਿੰਦਾ ਹੈ ਤਾਂ ਕਿ ਸਮੱਸਿਆਵਾਂ ਪੈਦਾ ਹੀ ਨਾ ਹੋਣ। ਤਾਂ ਸਵਾਲ ਇਹ ਹੈ ਕਿ ਸਭ ਜ਼ਮੀਨ ਤੇ ਕਿਵੇਂ ਉਤਰੇਗਾ? ਇਸ ਦੇ ਲਈ ਇੱਕ ਠੋਸ ਢਾਂਚਾ ਹੈ, ਇੱਕ ਬਲੂਪ੍ਰਿੰਟ ਜਿਸ ਦੇ 5 ਥੰਮ ਹਨ। ਇਹ ਇਸ ਪੂਰੇ ਸਿਸਟਮ ਦਾ ਇੰਜਨ ਹੈ ਜੋ ਸੋਚ ਨੂੰ ਹਕੀਕਤ ਵਿੱਚ ਬਦਲਦਾ ਹੈ। ਇਹ 5 ਥੰਮ ਇੱਕ ਲੜੀ ਵਾਂਗ ਜੁੜੇ ਹੋਏ ਹਨ। ਦੇਖੋ, ਸਭ ਤੋਂ ਪਹਿਲਾਂ ਆਂਦੀ ਹੈ ਨੌਕਰੀ, ਕਿਉਂਕਿ ਜਦੋਂ ਪਰਿਵਾਰ ਦਾ ਗੁਜ਼ਾਰਾ ਸੁਰੱਖਿਅਤ ਹੁੰਦਾ ਹੈ ਤਾਂ ਹੀ ਉਹ ਬਿਹਤਰ ਭਵਿੱਖ ਬਾਰੇ ਸੋਚ ਸਕਦਾ ਹੈ। ਫਿਰ ਆਉਂਦਾ ਹੈ ਬੁਨਿਆਦੀ ਢਾਂਚਾ ਅਤੇ ਭਲਾਈ ਦਾ ਸਬੂਤ ਜੋ ਜ਼ਿੰਦਗੀ ਨੂੰ ਸੌਖਾ ਬਣਾਉਂਦੇ ਹਨ।
ਜੇ ਫਿਰ ਵੀ ਕੋਈ ਸਮੱਸਿਆ ਆਵੇ ਤਾਂ ਸ਼ਿਕਾਇਤ SLA ਇਹ ਯਕੀਨੀ ਬਣਾਉਂਦਾ ਹੈ ਕਿ ਉਸ ਦਾ ਹੱਲ ਸਨਮਾਨ ਨਾਲ ਹੋਵੇ ਅਤੇ ਜਦੋਂ ਇਹ ਸਾਰੇ ਕਦਮ ਮਿਲਦੇ ਹਨ ਤਾਂ ਭਰੋਸੇ ਦੀ ਨੀਂਹ ਆਪਣੇ ਆਪ ਮਜ਼ਬੂਤ ਹੁੰਦੀ ਹੈ। ਹੁਣੇ ਸ਼ਿਕਾਇਤ SLA ਕੀ ਚੀਜ਼ ਹੈ? SLA ਦਾ ਮਤਲਬ ਹੈ ਸਰਵਿਸ ਲੈਵਲ ਐਗਰੀਮੈਂਟ। ਇਹ ਇੱਕ ਇਨਕਲਾਬੀ ਵਿਚਾਰ ਹੈ। ਇਹ ਸਰਕਾਰ ਵੱਲੋਂ ਇੱਕ ਜਨਤਕ ਵਾਅਦਾ ਹੈ, ਇੱਕ ਗਾਰੰਟੀ ਕਿ ਤੁਹਾਡੀ ਹਰ ਸ਼ਿਕਾਇਤ ਦਾ ਨਿਪਟਾਰਾ ਇੱਕ ਤੈਅ ਸਮੇਂ ਵਿੱਚ ਹੋਵੇਗਾ। ਇਹ ਸਿਰਫ ਇੱਕ ਸਿਸਟਮ ਨਹੀਂ ਹੈ, ਇਹ ਹਰ ਨਾਗਰਿਕ ਦੇ ਸਨਮਾਨ ਨੂੰ ਯਕੀਨੀ ਬਣਾਉਣ ਦਾ ਤਰੀਕਾ ਹੈ, ਜੋ ਕਿ ਸਾਡੇ ਸੰਵਿਧਾਨ ਦੀ ਬੁਨਿਆਦੀ ਭਾਵਨਾ ਹੈ। ਇਹ ਕਹਿਣ ਦਾ ਤਰੀਕਾ ਹੈ ਕਿ ਤੁਹਾਡੀ ਆਵਾਜ਼ ਮਾਇਨੇ ਰੱਖਦੀ ਹੈ। ਤਾਂ ਆਖਿਰਕਾਰ ਇਸ ਸਭ ਦਾ ਇੱਕ ਆਮ ਨਾਗਰਿਕ ਨੂੰ ਕੀ ਫਾਇਦਾ ਹੈ? ਇਹ ਟੇਬਲ ਸਿੱਧਾ ਜਵਾਬ ਦਿੰਦਾ ਹੈ। ਜਦੋਂ ਸਰਕਾਰ ਸਹੀ ਥਾਂ ਤੇ ਰਣਨੀਤਿਕ ਨਿਵੇਸ਼ ਕਰਦੀ ਹੈ ਤਾਂ ਨਤੀਜਾ ਸਿਰਫ ਆંકੜੇ ਨਹੀਂ ਬਲਕਿ ਲੋਕਾਂ ਲਈ ਸਥਾਈ ਰੋਜ਼ੀ-ਰੋਟੀ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਇੱਕ ਜਵਾਬਦੇਹ ਸਿਸਟਮ ਬਣਾਇਆ ਜਾਂਦਾ ਹੈ ਤਾਂ ਇਹ ਸਿਰਫ ਸ਼ਿਕਾਇਤਾਂ ਦੂਰ ਨਹੀਂ ਕਰਦਾ ਬਲਕਿ ਹਰ ਨਾਗਰਿਕ ਨੂੰ ਸਨਮਾਨ ਅਤੇ ਇੱਜ਼ਤ ਦਿੰਦਾ ਹੈ। ਅਤੇ ਇਹੀ ਸਾਰੀ ਮਿਹਨਤ ਸਾਨੂੰ ਸਾਡੇ ਆਖਰੀ ਅਤੇ ਸਭ ਤੋਂ ਕੀਮਤੀ ਥੰਮ ਤੱਕ ਲੈ ਕੇ ਆਉਂਦੀ ਹੈ, ਭਰੋਸਾ। ਪਰ ਇਹ ਉਹ ਭਰੋਸਾ ਨਹੀਂ ਜੋ ਸਿਰਫ ਭਾਸ਼ਣਾਂ ਤੇ ਬਣਦਾ ਹੈ। ਇਹ ਉਹ ਭਰੋਸਾ ਹੈ ਜੋ ਹਰ ਰੋਜ਼ ਹਰ ਕਦਮ ਤੇ ਮਿਲ ਰਹੇ ਨਤੀਜਿਆਂ ਅਤੇ ਸਬੂਤਾਂ ਦੀ ਨੀਂਹ ਤੇ ਖੜਾ ਹੁੰਦਾ ਹੈ। ਇਹ ਸਮਝਣਾ ਜ਼ਰੂਰੀ ਹੈ ਕਿ ਭਰੋਸਾ ਕੋਈ ਸਵਿਚ ਨਹੀਂ ਹੈ ਜੋ ਇੱਕ ਰਾਤ ਵਿੱਚ ਔਨ ਹੋ ਜਾਵੇ। ਇਹ ਹੌਲੀ-ਹੌਲੀ ਬਣਦਾ ਹੈ, ਕਦਮ ਦਰ ਕਦਮ। ਪਹਿਲਾਂ ਸ਼ਿਕਾਇਤਾਂ ਦਾ ਹੱਲ ਹੁੰਦਾ ਹੈ, ਫਿਰ ਬੁਨਿਆਦੀ ਢਾਂਚੇ ਤੇ ਕੰਮ ਦਿਸਦਾ ਹੈ ਅਤੇ ਜਦੋਂ ਲੋਕ ਲਗਾਤਾਰ ਦੇਖਦੇ ਹਨ ਕਿ ਸਿਸਟਮ ਉਨ੍ਹਾਂ ਲਈ ਕੰਮ ਕਰ ਰਿਹਾ ਹੈ ਤਾਂ ਉਨ੍ਹਾਂ ਦਾ ਵਿਸ਼ਵਾਸ ਹੌਲੀ-ਹੌਲੀ ਇੱਕ ਮਾਪਣਯੋਗ ਸੰਪਤੀ ਬਣ ਜਾਂਦਾ ਹੈ। ਇਸ ਪੂਰੀ ਸੋਚ ਦਾ ਇੱਕ ਸੁਨਹਿਰੀ ਅਸੂਲ ਹੈ ਜਿਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਸਿਸਟਮ ਨਾਲ ਲੜੋ, ਇਨਸਾਨਾਂ ਨਾਲ ਨਹੀਂ। ਸਮੱਸਿਆ ਵਿਅਕਤੀ ਵਿੱਚ ਨਹੀਂ, ਸਿਸਟਮ ਦੀਆਂ ਖਾਮੀਆਂ ਵਿੱਚ ਹੁੰਦੀ ਹੈ। ਜਦੋਂ ਸਾਡਾ ਧਿਆਨ ਨਿੱਜੀ ਹਮਲਿਆਂ ਤੋਂ ਹਟ ਕੇ ਖਰਾਬ ਪ੍ਰਕਿਰਿਆਵਾਂ ਨੂੰ ਠੀਕ ਕਰਨ ਤੇ ਲੱਗ ਜਾਂਦਾ ਹੈ ਤਾਂ ਹੀ ਅਸਲ ਅਤੇ ਸਥਾਈ ਸੁਧਾਰ ਆਉਂਦਾ ਹੈ। ਇਹ ਚਾਰਟ ਇੱਕ ਬਹੁਤ ਵੱਡੀ ਗੱਲ ਕਹਿ ਰਿਹਾ ਹੈ। ਇਹ ਦੱਸਦਾ ਹੈ ਕਿ ਇੱਕ ਅਸਲੀ ਲੋਕ ਨੇਤਾ ਨੂੰ ਆਪਣਾ ਸਮਾਂ ਕਿੱਥੇ ਲਗਾਉਣਾ ਚਾਹੀਦਾ ਹੈ। ਦੇਖੋ, ਸਭ ਤੋਂ ਵੱਡਾ ਹਿੱਸਾ 40% ਉਸ ਸਿਸਟਮ ਬਣਾਉਣ ਤੇ ਲੱਗਣਾ ਚਾਹੀਦਾ ਹੈ। ਉਸ ਤੋਂ ਬਾਅਦ ਕੰਮ ਦੀ ਡਿਲੀਵਰੀ ਨੂੰ ਟਰੈਕ ਕਰਨ ਤੇ। ਜਨਤਕ ਭਾਸ਼ਣ ਸਿਰਫ 10%। ਫੋਕਸ ਬੋਲਣ ਤੇ ਨਹੀਂ, ਕੰਮ ਕਰਨ ਅਤੇ ਨਤੀਜੇ ਦੇਣ ਤੇ ਹੋਣਾ ਚਾਹੀਦਾ ਹੈ। ਯਾਦ ਰੱਖੋ, ਡੇਟਾ ਇੱਕ ਬਹੁਤ ਵੱਡੀ ਤਾਕਤ ਹੈ, ਪਰ ਇਸ ਦੇ ਨਾਲ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ। ਇੱਕ ਚੰਗਾ ਸ਼ਾਸਨ ਹਮੇਸ਼ਾ ਵਿਅਕਤੀ ਦੇ ਸਨਮਾਨ ਦੀ ਰੱਖਿਆ ਕਰਦਾ ਹੈ। ਇਸ ਦਾ ਮਤਲਬ ਹੈ ਕਿ ਕਿਸੇ ਵੀ ਨਾਗਰਿਕ ਦੀ ਕੋਈ ਵੀ ਜਾਣਕਾਰੀ ਉਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਵਰਤੀ ਜਾ ਸਕਦੀ। ਨਿਜਤਾ ਅਤੇ ਸਹਿਮਤੀ ਇਹ ਸਿਰਫ ਕਾਨੂੰਨੀ ਸ਼ਬਦ ਨਹੀਂ ਬਲਕਿ ਇਨਸਾਨੀ ਸਨਮਾਨ ਦੇ ਥੰਮ ਹਨ। ਇਹ ਸੌਦੇਬਾਜ਼ੀ ਦਾ ਵਿਸ਼ਾ ਨਹੀਂ। ਤਾਂ ਆਖਰੀ ਸਵਾਲ ਇਹ ਹੈ, ਅੱਜ ਦੇ ਇਸ ਸ਼ੱਕ ਭਰੇ ਮਾਹੌਲ ਵਿੱਚ ਕੋਈ ਨੇਤਾ ਅਜਿਹੀ ਵਿਰਾਸਤ ਕਿਵੇਂ ਬਣਾ ਸਕਦਾ ਹੈ ਜੋ ਸਿਰਫ ਇੱਕ ਚੋਣ ਜਿੱਤਣ ਤੱਕ ਨਾ ਰਹੇ ਬਲਕਿ ਪੀੜ੍ਹੀਆਂ ਤੱਕ ਯਾਦ ਕੀਤੀ ਜਾਵੇ? ਸ਼ਾਇਦ ਇਸ ਦਾ ਜਵਾਬ ਵਾਅਦਿਆਂ ਵਿੱਚ ਨਹੀਂ, ਸਬੂਤ ਵਿੱਚ ਹੈ। ਇੱਕ ਅਜਿਹਾ ਢਾਂਚਾ ਬਣਾ ਕੇ ਜੋ ਵਿਅਕਤੀਆਂ ਤੋਂ ਵੱਡਾ ਹੋਵੇ ਅਤੇ ਲੋਕਾਂ ਲਈ ਕੰਮ ਕਰਦਾ ਰਹੇ। ਜੇਕਰ ਤੁਸੀਂ ਇੱਕ ਲੋਕ ਕੇਂਦਰਿਤ ਨੇਤਾ ਬਣਨਾ ਚਾਹੁੰਦੇ ਹੋ ਅਤੇ ਆਪਣੇ ਹਲਕੇ ਨੂੰ ਉੱਚਾ ਚੁੱਕਣਾ ਚਾਹੁੰਦੇ ਹੋ ਤਾਂ blueprintstrategies.ai ਨਾਲ mgr@blueprintstrategies.ai ਤੇ ਸੰਪਰਕ ਕਰੋ ਜਾਂ 08042041602 ਤੇ ਕਾਲ ਕਰੋ। ਰਾਜਨੀਤੀ ਤੋਂ ਪਰੇ ਇੱਕ ਮਕਸਦ।